ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਤ ਤ੍ਰਿਸ਼ਨਾ ਕਰ ਬੌਰੇ ਜੇ ਨਰ, ਗਹੇ ਮਾਨ ਬਿਨ ਧਨ ਕਿਨ ਕਾ ਖਰ। ਆਤ ਤ੍ਰਿਸ਼ਨਾ ਕਰ ਬੌਰੇ ਜੇ ਨਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਵੇਂ ਅਧਿਆਏ ਦੇ 59 ਛੰਦ ਹੋ ਚੁੱਕੇ ਹੈ। 60ਵਾਂ ਛੰਦ ਅੱਜ ਪ੍ਰਾਰੰਭ ਕਰਾਂਗੇ। ਇਹ ਅੱਜ ਅਧਿਆਏ ਆਪਾਂ ਸਮਾਪਤ ਕਰ ਦੇਣਾ। ਕਹਿੰਦੇ ਆ ਵੀ ਆਦਿ ਤ੍ਰਿਸ਼ਨਾ ਕਰਕੇ ਜਿਹੜੇ ਨਰ ਬਹੁਤੇ ਬੌਰੇ ਆ, ਝੱਲੇ ਆ, ਪਾਗਲ ਆ, ਤ੍ਰਿਸ਼ਨਾ ਕਰਕੇ ਪਾਗਲ ਹੋਏ ਫਿਰਦੇ ਆ। ਅੰਦਰ ਤ੍ਰਿਸ਼ਨਾ ਬਹੁਤ ਲੱਗੀ ਆ। ਕੋਟ ਜੋਰੇ ਮਨ ਨਾ ਹੋ ਰੇ, ਪਰੇ ਪਰੇ ਹੀ ਕੋ ਲੁੱਝੀ ਹੈ। ਅਸੀਂ ਤ੍ਰਿਸ਼ਨਾ ਲੱਗੀ ਹੋਈ ਆ। ਗਹੇ ਮਾਨ ਬਿਨ ਧਨ ਕਿਨ ਕਾ ਖਰ। ਅਤੇ ਅੰਤ ਤ੍ਰਿਸ਼ਨਾ ਕਰਕੇ ਜਿਹੜੇ ਕੁਛ ਬੌਰੇ ਹੋ ਰਹੇ ਆ, ਉਹ ਮਾਣ ਤੋਂ ਹੀਣੇ ਹੋ ਕੇ ਇੱਕ ਕਿਣਕਾ ਮਾਤਰ ਧਨ ਨੂੰ ਗ੍ਰਹਿਣ ਕਰਕੇ, ਮਾਣ ਤੋਂ ਬਿਨਾਂ ਧਨ ਨੂੰ ਕਿਣਕਾ ਜਾਂ ਗਹੇ ਕਈ ਗ੍ਰਹਿਣ ਕਰਕੇ, ਤਨ ਪੋਖਤ ਯੋਖਤ ਪੋਗਾਰਥ। ਅਤੇ ਤਨ ਪੋਖਤ ਕਹੀਏ ਪਾਲਣਾ ਕਰਦੇ ਆ। ਪੋਖਤ ਦਾ ਅਰਥ ਹੁੰਦਾ ਵਾ ਪਾਲਣਾ। ਤਨ ਨੂੰ ਪਾਲਣਾ ਕਰਦੇ ਆ ਕਿੱਦਾਂ? ਯੋਖਤ ਭੋਗਾਰਥ। ਯੋਖਤ ਨਾਮ ਇਸਤਰੀਆਂ ਦੇ, ਇਸਤਰੀਆਂ ਦੇ ਭੋਗਾਰਥ ਭਾਵ ਭੋਗਾਂ ਦੇ ਅਰਥ ਵੀ ਵਾਸਤੇ, ਇਸਤਰੀਆਂ ਦੇ ਭੋਗਣ ਵਾਸਤੇ ਸਰੀਰਾਂ ਦੀ ਪਾਲਣਾ ਕਰਦੇ ਜਾਂ ਸਰੀਰ ਨੂੰ ਪਾਲਦੇ, ਅਤੇ ਇਸਤਰੀਆਂ ਦੇ ਨਾਲ ਭੋਗ ਕਰਨ ਵਾਸਤੇ ਬੜੇ ਯਤਨ ਕਰਦੇ ਆ। ਤੇ ਨਾ ਲਖ ਹੈ ਪਸਵਤ ਪਰਮਾਰਥ। ਤੇ ਕਹੀਏ ਉਹ ਜਿਹੜੇ ਐਸੇ ਪੁਰਸ਼ ਆ, ਉਹ ਲਖੇ ਕਈ ਜਾਣਦੇ ਨਹੀਂ ਹੈ, ਪਸ਼ੂਆਂ ਵਾਂਗ ਆ। ਪਰਮਾਰਥ ਦੇ ਸੁੱਖ ਨੂੰ ਰੱਤੀ ਭਰ ਵੀ ਜਾਣਦੇ ਨਹੀਂ। ਮੁਕਤੀ ਦੇ ਸਾਧਨ ਨੂੰ, ਜੋ ਪਰਮਾਰਥ ਕੀ ਮੁਕਤੀ ਹੈ, ਕੇਵਲ ਮੁਕਤੀ, ਉਸ ਨੂੰ ਉਹ ਨਹੀਂ ਜਾਣਦੇ। ਉਹ ਪਸ਼ੂਆਂ ਵੱਧ ਲੋਕ ਆ ਜਿਹੜੇ ਸਰੀਰ ਦੀ ਪਾਲਣਾ ਕਰਦੇ ਰਹਿੰਦੇ ਆ ਅਤੇ ਇਸਤਰੀਆਂ ਦੇ ਭੋਗਾਂ ਵਾਸਤੇ ਭੱਜੇ ਫਿਰਦੇ ਆ। ਇਹ ਜਾਣਦੇ ਨਹੀਂ ਆ ਪਰਮਾਰਥ ਨੂੰ, ਪਰਮਾਰਥ ਨੂੰ, ਕੇਵਲ ਮੁਕਤੀ ਨੂੰ, ਗਿਆਨ ਸਾਧਨ ਨੂੰ, ਮੁਕਤੀ ਸਾਧਨ ਨੂੰ। ਅਸ ਪਾਮਰ ਤਵ ਸੇਵਤ ਰਾਜਨ। ਰਾਜਨ ਕਹੀਏ ਰਾਜਾ। ਆਸ ਕਹੀਏ ਇਸ ਤਰ੍ਹਾਂ ਦੇ ਜਿਹੜੇ ਪਾਮਰ ਪੁਰਸ਼ ਆ, ਉਹ ਤਵ ਕਹੀਏ ਤੈਨੂੰ, ਸੇਵਤ ਕਹੀਏ ਸੇਵਦੇ ਆ, ਤੇਰੀ ਸੇਵਾ ਕਰਦੇ ਆ। ਪਾਮਰ ਨਾਮ ਦਾ ਨੀਚ ਦਾ, ਦੁਸ਼ਟ ਦਾ, ਜੋ ਧਰਮ ਦਾ ਵੈਰੀ ਪੁਰਸ਼ ਆ, ਇਹੋ ਜਿਹੇ ਲੋਕ ਤੈਨੂੰ ਸੇਵਨਾ ਕਰਦੇ ਆ। ਸੇਵਤ ਮੋਹਿ ਮੋਖ ਗਏ ਭਾਜਨ। ਤੇ ਜੋ ਮੁਕਤੀ ਦੇ ਭਾਜਨ ਕਹੀਏ, ਭਜਨ ਵਾਲੇ ਆ, ਮੁਕਤੀ ਦੇ ਅਧਿਕਾਰੀ ਆ, ਉਹ ਮੋਹਿ ਕੇ ਮੈਨੂੰ ਸੇਵਤ ਕਹੀ ਸੇਵਦੇ ਆ, ਉਹ ਮੇਰੀ ਸੇਵਾ ਕਰਦੇ ਆ। ਨਿਜ ਮਤ ਕੀ ਮਲ ਹੱਥ ਬੇਕਾਜਾ। ਕਿਉਂਕਿ ਆਪਣੀ ਬੁੱਧੀ ਦੀ ਮਲ ਹੱਥ ਬੇ ਕਹੀਏ ਨਾਸ ਕਰਨ ਦੇ, ਕਾਜਾ ਕਹੀਏ ਵਾਸਤੇ, ਆਪਣੀ ਬੁੱਧੀ ਦੀ ਮੈਲ ਨੂੰ ਨਾਸ ਕਰਨ ਵਾਸਤੇ। ਸੁਣਤੇ ਵਚਨ ਸਰੋਚ ਮਮ ਰਾਜਾ। ਹੇ ਰਾਜਾ, ਮੇਰੇ ਜਿਹੜੇ ਬਚਨ ਆ ਉਹ ਬੜੀ ਰੁਚੀ ਦੇ ਸਾਹ ਕਈ ਸਹਿਤ ਸੁਣਦੇ ਭਾਵ ਬੜੀ ਪ੍ਰੀਤੀ ਦੇ ਨਾਲ ਮੇਰੇ ਬਚਨਾਂ ਨੂੰ ਸੁਣਦੇ ਆ ਅਤੇ ਆਪਣੀ ਬੁੱਧੀ ਦੀ ਮੈਲ ਨੂੰ ਜਿਹੜਾ ਉਹ ਨਾਸ ਕਰਦੇ ਆ। ਉਹੀ ਜਿਹੜੇ ਆ ਅਕਲ ਵਾਲੇ ਆ। ਤੇ ਇਹਨੂੰ ਸੇਵਦੇ ਆ ਪਾਮਰ ਲੋਕ, ਇਸਤਰੀ ਨੂੰ ਭੋਗਣ ਵਾਲੇ ਅਤੇ ਧਨ ਨੂੰ ਗ੍ਰਹਿਣ ਕਰਨ ਵਾਸਤੇ ਤ੍ਰਿਸ਼ਨਾ ਕਰਕੇ ਜਿਹੜੇ ਪਾਗਲ ਆ। ਅਤੇ ਮੈਨੂੰ ਜਿਹੜੇ ਉਹ ਸੇਵਦੇ ਆ, ਜਿਹੜੇ ਮੁਕਤੀ ਦੇ ਭਾਜਨ ਕਹੀਏ ਭਜਨ ਵਾਲੇ, ਮੁਕਤੀ ਦੇ ਅਧਿਕਾਰੀ ਆ, ਮੁਕਤੀ ਨੂੰ ਜਿਹੜੇ ਭਜਦੇ ਸਿਮਰਦੇ ਆ। ਆਵ ਸਹਿ ਕਾਮੀ ਭੋਗ ਨਿਮਿਤਾ। ਆਵ ਪਾਠ ਕੇ ਆਰ ਪਾਠ ਆ। ਆਰ ਸਹਿ ਕਾਮੀ ਭੋਗ ਨਿਮਿਤਾ। ਹੇ ਰਾਜਨ, ਜੋ ਸਹਿ ਕਾਮੀ, ਕਾਮਨਾ ਦੇ ਸਹਿਤ, ਸਹਿ ਨਾਮ ਸਹਿਤ ਦਾ, ਕਾਮੀ ਨਾਮ ਕਾਮਨਾ ਦਾ, ਕਾਮਨਾ ਦੇ ਸਹਿਤ ਪੁਰਸ਼ ਆ, ਉਹ ਵੀ ਜੇਕਰ ਭੋਗਾਂ ਦੀ ਕਾਮਨਾ ਧਾਰਨ ਕਰਕੇ ਹਰ ਚਹਿ ਮੋਹੇ ਜਪੇ ਇੱਕ ਚਿੱਤਾ, ਇੱਕ ਚਿੱਤ ਹੋ ਕੇ ਮੇਰੀ ਪੂਜਾ ਕਰਨਗੇ। ਪੂਜਾ ਕਰਨ ਪ੍ਰਗਟੇ ਜੋ ਤੇ ਪੁਨ ਵਿਸ਼ੇਸ਼ਾ।
ਅਤੇ ਕਹਿੰਦੇ ਵੀ ਉਹਨਾਂ ਨੂੰ ਭੋਗਾਂ ਦੀ ਪ੍ਰਾਪਤੀ ਹੋ ਜਾਊਗੀ। ਤੇ ਪਰੰਤੂ ਜੇਕਰ ਉਹਨਾਂ ਪੁਰਸ਼ਾਂ ਦਾ ਕੋਈ ਸ੍ਰੇਸ਼ਟ ਕਰਮ ਉਤਪਤ ਹੋ ਪਿਆ, ਜਾਗ ਗਿਆ, ਜੇ ਉਹਨਾਂ ਦਾ ਕੋਈ ਸ੍ਰੇਸ਼ਟ ਕਰਮ ਜਾਗ ਗਿਆ ਤੇ ਪਿਤ ਜੋ ਨਿਜ ਨਿਕਲ ਕਲੇਸ਼ਾ, ਕਹਿੰਦੇ ਫਿਰ ਤੇ ਉਹ ਨਿਕਲ ਕੇ ਸਮੂਹ ਕਲੇਸ਼ਾਂ ਨੂੰ ਆਪਣਿਆਂ ਨੂੰ ਜਿਹੜਾ ਹੈ ਪੇਦਾ ਪਾਏ ਪਾਠ ਸਾਡੇ ਤੇ ਪੇ, ਤੇ ਕਹਿੰਦੇ ਤੇ ਉਹ ਪੇ ਕੇ ਵੀ ਤਜੋ ਕੀ ਛੱਡ ਦੇਣਗੇ ਆਪਣੇ ਸਮੂਹ ਕਲੇਸ਼ਾਂ ਨੂੰ, ਉਹਨਾਂ ਦਾ ਨਾਸ ਕਰ ਲੈਣਗੇ, ਦੁੱਖਾਂ ਤੋਂ ਰਹਿਤ ਹੋ ਜਾਣਗੇ। ਤੇ ਉਹ ਹੋ ਜਾਂਦਾ ਹੈ ਕੌਣ? ਅਰ ਸਹਿ ਕਾਮੀ ਭੋਗ ਨਿਮਿਤਾ। ਉੱਪਰ ਦੱਸਦੇ हैं ਕਹਿੰਦੇ ਵੀ ਔਰ ਕਿ ਜੋ ਪੁਰਸ਼ ਸਹਿ ਕਾਮੀ ਕਾਮਨਾ ਦੇ ਸਹਿਤ ਆ ਤੇ ਭੋਗ ਨਿਮਿਤਾ ਭੋਗਾਂ ਦੇ ਵਾਸਤੇ ਅਰ ਚੈ ਮੋਹਿ ਜਬੇ ਇੱਕ ਚਿੱਤਾਂ, ਜਬੇ ਗਏ ਜਦੋਂ ਇੱਕ ਚਿੱਤ ਹੋ ਗਏ, ਅਰ ਚੈ ਕਿ ਪੂਜਾ ਕਰੂਗਾ ਮੋਹਿ ਗਈ ਮੇਰੀ, ਜਾਂ ਜੋ ਵੀ ਮੇਰੀ ਇੱਕ ਚਿੱਤ ਹੋ ਕੇ ਪੂਜਾ ਕਰਦੇ ਆ ਪ੍ਰਗਟ ਤੇ ਉਹਨਾਂ ਨੂੰ ਭੋਗ ਪ੍ਰਾਪਤ ਹੋ ਜਾਂਦੇ। ਪ੍ਰਗਟੇ ਜੋਤ ਇਹ ਪੁੰਨ ਵਿਸ਼ੇਸ਼ਾ, ਤੇ ਇਹ ਕਹੀਏ ਉਸ ਦਾ ਜਾਂ ਉਹਨਾਂ ਪੁਰਸ਼ਾਂ ਦਾ ਜੋ ਕਿਤੇ ਵਿਸ਼ੇਸ਼ਾ ਕਹੀਏ ਵਿਸ਼ੇਸ਼ ਖਾਸ ਹੀ ਕਿਤੇ ਪੁੰਨ ਪ੍ਰਗਟ ਹੁੰਦਾ ਹੈ। ਤੇ ਭੇ ਤਜੋ, ਤੇ ਇਹ ਤੇ ਕਹੀਓ ਵੀ ਤਜੋ ਕੀ ਛੱਡ ਦਿੰਦੇ ਆ ਨਿਜ ਆਪਣੇ ਨੇ ਕਹੀਏ ਸਮੂਹ ਕਲੇਸ਼ ਕਹੀਏ ਕਲੇਸ਼ਾਂ ਨੂੰ, ਜਾਂ ਉਹ ਆਪਣੇ ਸਾਰੇ ਕਲੇਸ਼ਾਂ ਨੂੰ ਛੱਡ ਦੇਗਾ ਤੇ ਸਾਰੇ ਕਲੇਸ਼ਾਂ ਨੂੰ ਛੱਡ ਕੇ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ ਤੇ ਹੋ ਜਾਂਦੀ ਹੈ। ਹੋਰ ਕਹਿੰਦੇ ਆ ਕਿ ਸੁਖਦ ਸੁਖੇਣ ਸੀਗਰ ਬਹੁ ਭੋਗਾ, ਸੁਖਦ ਸੁਖੇਨ ਸੀਗਰ ਬਹੁ ਭੋਗਾ, ਸੁਖਦ ਨਾਮ ਸੁਖ ਦੇ ਦਾਰਥ ਦੇਣ, ਸੁਖ ਦੇਣ ਵਾਲੇ, ਸੁਖੈਣ ਸੌਖੇ ਹੀ, ਸ਼ੀਘਰ ਕੀਏ ਛੇਤੀ ਹੀ, ਬਹੁ ਭੋਗਾ ਜਿਹੜੇ ਬਹੁਤ ਸੁੱਖ ਦੇਣ ਵਾਲੇ, ਛੇਤੀ ਨਾਲ ਸੌਖੇ, ਭੋਗਾ ਗਏ ਭੋਗ, ਪਰ ਜੋ ਭੋਗ ਬੜੀ ਛੇਤੀ ਨਾਲ ਸੌਖੇ ਪ੍ਰਾਪਤ ਹੋ ਜਾਣ ਵਾਲੇ ਆ। ਕਰੇ ਗਿਰਾ ਮਮਤਾ ਤਨ ਜੋਗਾ, ਕਹਿੰਦੇ ਮਮ ਗਿਰਾ ਮੇਰੀ ਜਿਹੜੀ ਬਾਣੀ ਆ ਤਾਂ ਕਹੀਏ ਉਹਨਾਂ ਭੋਗਾਂ ਦੇ ਜੋਗ, ਤਾਂ ਉਹਨਾਂ ਜਨਾਂ ਨੂੰ ਜੋਗਾ ਕਹੀ ਜੋਗਾ ਲਾਇਕ ਕਰੇ ਕਈ ਕਰ ਦਿੰਦੀ ਹੈ। ਚਪਲ ਚਿੰਤ ਮਹਿ ਬਚਨ ਬਸ ਹੈ ਮਮ, ਚਪਲ ਚਿੰਤ ਪਾਠ ਨਹੀਂ ਚਿੱਤ ਪਾਠ ਹੈ। ਕਹਿੰਦੇ ਵੀ ਜਿਸ ਚਪਲ ਕੇ ਚੰਚਲ ਚਿੱਤ ਕੇ ਚਿੱਤ ਦੇ ਵਿੱਚ ਬਚਨ ਬਸੇ ਬਸ ਜਾਂਦੇ ਮਮ ਕੀ ਮੇਰੀ, ਭਾਵ ਜਿਸ ਚੰਚਲ ਚਿੱਤ ਵਿੱਚ ਮੇਰੇ ਬਚਨ ਵਸ ਜਾਂਦੇ ਆ। ਕਰੇ ਤਿਸੈ ਤਵ ਅਵਚਲ ਅਚਲ ਸਮ, ਤਿਸੈ ਕਹੀਏ ਤਦੋਂ ਤਬ ਕਹੀਏ ਤਦੋਂ, ਤਿਸੈ ਕਹੀਏ ਉਸ ਨੂੰ, ਭਾਵ ਉਸ ਪੁਰਸ਼ ਨੂੰ। ਕਰਹਿ ਤਿਸੈ ਤਬ ਅਚਲ ਸਮ, ਅਚਲ ਸਮ ਭਾਵ ਅਚਲ ਜੋ ਪਹਾੜ ਹੈ, ਜੋ ਸਮੇਰੀ ਲਾਲ ਸਮੇਰ ਪਰਬਤ ਦੇ ਸਮਾਨ ਜਾਂ ਪਹਾੜ ਦੇ ਸਮਾਨ, ਜੋ ਅਚਲ ਜੋ ਚਲਾਏ ਮਾਨ ਨਹੀਂ ਦਾ ਉਹਦੇ ਸਮਾਨ ਤਿਸੈ ਕਿ ਉਸ ਪੁਰਸ਼ ਨੂੰ ਅਚਲ ਕਰ ਦਿੰਦੇ ਹੈ। ਮੇਰੇ ਬਚਨ ਕਹਿੰਦੇ ਜਿੱਥੇ ਵਸ ਜਾਂਦੇ ਆ ਉਸ ਨੂੰ ਅਚਲ ਕੇ ਪਹਾੜ ਦੇ ਸਮਾਨ ਕਰ ਦਿੰਦੇ ਆ। ਸੁਖਦ ਸਖੈਣ ਸੀਕਰ ਬਹੁ ਭੋਗਾ, ਸੁਖ ਦਾ ਨਾਮ ਸੁਖ ਦੇਣ, ਭਾਵ ਜੋ ਸੁਖ ਦੇਣ ਵਾਲੇ ਆ। ਸੁਖੈਣ ਕਈ ਸੌਖੇ, ਨਿਰਜਤ ਨੇ ਕੋਈ ਹੀਲਾ ਵਸੀਲਾ ਨਹੀਂ ਕਰਨਾ ਪੈਂਦਾ, ਸੀਕਰ ਬੜੀ ਜਲਦੀ ਹੀ ਪ੍ਰਾਪਤ ਹੋ ਜਾਣ ਵਾਲੇ ਜੋ ਬਹੁ ਭੋਗਾ ਬਹੁਤੇ ਭੋਗ ਆ। ਕਰੇ ਗਿਰਾ ਮਮ ਕਰੇ ਗਿਰਾ ਮਮ ਤਾ ਜਨ ਜੋਗਾ, ਤਾਂ ਭਾਵ ਉਹਨਾਂ ਭੋਗਾਂ ਦੇ ਜੋਗਾ ਲਾਇਕ ਜਨ ਕੇ ਪੁਰਸ਼ਾਂ ਨੂੰ ਮੇਰੀ ਬਾਣੀ ਕਰ ਦਿੰਦੀ ਆ। ਭਾਵ ਜੋ ਸੁਕਾਮੀ ਉਹਨਾਂ ਨੂੰ ਬੜੀ ਛੇਤੀ ਦੇ ਦਿੰਦੀ ਹੈ ਮੇਰੀ ਬਾਣੀ ਭੋਗ। ਅਤੇ ਹੋਰ ਵੀ ਸੁਣ, ਚਪਲ ਚਿੱਤ ਮਹਿ ਬਚਨ ਬਸਹਿ ਮਮ, ਵੀ ਜੇਕਰ ਜਿਹੜੇ ਚਪਲ ਚਿੱਤ ਚੰਚਲ ਚਿੱਤ ਆ ਉਹਨਾਂ ਵਿੱਚ ਬਚਨ ਮੇਰੇ ਵਸ ਜਾਣ
ਹੈ ਸੁਕਾਮੀ ਪੁਰਸ਼ਾਂ ਦੇ ਹਿਰਦੇ ਵਿੱਚ ਮੇਰੇ ਕਹਿੰਦੇ ਵਿਰਾਗ ਰੂਪੀ ਬਚਨ ਵਸ ਜਾਣ ਤੇ ਕਰਹਿ ਤਿਸੈ ਤਬ ਅਚਲ ਅਚਲ ਸਮ। ਕਹਿੰਦੇ ਤਿਸੈ ਕਿ ਉਸ ਨੂੰ ਵੀ ਤਦੋਂ ਅਚਲ ਕਰ ਦਿੰਦੇ ਹੈ ਵਚਨ ਮੇਰੇ ਕਿਹਦੇ ਸਮਾਨ ਅਚਲ ਸਮ। ਅਚਲ ਪਹਾੜ ਦੇ ਸਮਾਨ ਭਾਵ ਸਮੇਰ ਪਰਬਤ ਦੇ ਸਮਾਨ। ਪੂਰਬ ਚਪਲ ਰੂਪ ਨਿਜ ਖੋਇਓ ਜਿਨ ਕੇ ਪੂਰਬ ਚਪਲ ਰੂਪ ਨਿਜ ਖੋਇਓ ਜਿਨ੍ਹਾਂ ਦੇ ਹਿਰਦੇ ਵਿੱਚ ਕਹਿੰਦੇ ਮੇਰੀ ਬਾਣੀ ਵਸੀ ਆ। ਉਹਨਾਂ ਪੁਰਸ਼ਾਂ ਦੇ ਮਨ ਨੇ ਪਹਿਲਾਂ ਜੋ ਚੰਚਲ ਰੂਪ ਸੁਭਾਅ ਦਾ ਧਾਰਨ ਕੀਤਾ ਹੋਇਆ ਸੀ ਤੇ ਉਹਨਾਂ ਨੇ ਆਪਣਾ ਦੂਰ ਕਰ ਲਿਆ। ਪੂਰਬ ਚਪਲ ਜੋ ਪਹਿਲਾਂ ਚੰਚਲ ਸੀ ਨਾ ਮਨ ਜਾਂ ਚਿੱਤ ਉਸ ਰੂਪ ਨੂੰ ਨਿਜ ਖੋਇਓ ਆਪਣੇ ਨੂੰ ਖੋਇਓ ਕਿ ਗਵਾ ਲਿਆ ਦੂਰ ਕਰ ਲਿਆ। ਚਿੱਤ ਸੋ ਮਿਲ ਚਿੱਤ ਸੋ ਹੋਇਓ ਚਿੱਤ ਸੋ ਮਿਲ ਚਿੱਤ ਸੇ ਹੋਇਓ। ਤੇ ਉਸ ਸੁਭਾਅ ਨੂੰ ਦੂਰ ਕਰਕੇ ਜੋ ਚੇਤਨ ਸਰੂਪ ਆਤਮਾ ਹੈ ਉਸ ਨਾਲ ਮਿਲ ਕਰਕੇ ਉਹ ਚੇਤਨ ਸਰੂਪ ਹੀ ਹੋ ਗਿਆ। ਠੀਕ ਹੈ ਜੀ, ਸਮਝ ਆਈ ਕਿ ਨਹੀਂ। ਪੂਰਬ ਚਪਲ ਰੂਪ ਨਿਜ ਖੋਇਓ ਪਹਿਲਾਂ ਜੋ ਚੰਚਲ ਸੀ ਨਾ ਕਹਿੰਦੇ ਵੀ ਜਿਨ੍ਹਾਂ ਦੇ ਹਿਰਦੇ ਵਿੱਚ ਮੇਰੀ ਬਾਣੀ ਵਸੀ ਆ ਉਹਨਾਂ ਨੂੰ ਇਹ ਫਾਇਦਾ ਹੋਇਆ ਵੀ ਜਿਹੜਾ ਪਹਿਲਾਂ ਚੰਚਲ ਚਿੱਤ ਸੀ ਜਾਂ ਮਨ ਸੀ ਉਸ ਚੰਚਲ ਰੂਪ ਸੁਭਾਅ ਨੂੰ ਚਿੱਤ ਰੂਪ ਸੁਭਾਅ ਨੂੰ ਨਿਜ ਖੋਇਓ ਕਹਿੰਦੇ ਉਹਨਾਂ ਨੇ ਆਪਣਾ ਖੋਇਓ ਕਿ ਖੋ ਲਿਆ ਦੂਰ ਕਰ ਲਿਆ ਆਪਣਾ ਚੰਚਲ ਸੁਭਾਅ। ਤੇ ਚਿੱਤ ਸੋ ਮਿਲ ਭਾਵ ਚੇਤਨ ਸਰੂਪ ਜੋ ਆਤਮਾ ਨਾ ਉਹਦੇ ਨਾਲ ਮਿਲ ਕੇ ਉਹਨਾਂ ਦਾ ਜਿਹੜਾ ਚਿੱਤ ਆ ਭਾਵ ਮਨ ਆ ਜਾਂ ਚਿੱਤ ਆ ਚਿੱਤ ਸੇ ਹੋਇਓ ਚਿੱਤ ਵਰਗਾ ਹੀ ਹੋ ਗਿਆ। ਸੇ ਦਾ ਅਰਥ ਵਰਗ ਚਿੱਤ ਵਰਗਾ ਚੇਤਨ ਵਰਗਾ ਹੀ ਹੋ ਗਿਆ ਚੇਤਨ ਸਰੂਪ ਹੀ ਉਹ ਹੋ ਗਿਆ ਹੈ। ਮਤਲਬ ਇਹ ਉਹਨਾਂ ਦਾ ਕਹਿਣ ਦਾ ਮਤਲਬ ਹੈ। ਚਿੱਤ ਨਾ ਸੁਜਾਤੀ ਜਾਂ ਤੇ ਕਹਿੰਦੇ ਵੀ ਚਿੱਤ ਤੇ ਚਿੱਤ ਭਾਵ ਚਿੱਤ ਅਤੇ ਚੇਤਨ ਇਹ ਦੋਨੋਂ ਹੀ ਨਾਮ ਜਿਹੜੇ ਆ ਚੇਤਨ ਤੇ ਚਿੱਤ ਇਹ ਦੋਨੋਂ ਹੀ ਸੁਜਾਤੀ ਹਨ। ਸੁਜਾਤੀ ਤੇ ਭਵਤ ਅਭੇਦ ਹੋ ਗਿਆ ਚਿੱਤ ਤਾਂ ਦੇ ਸੁਜਾਤੀ ਹੋਣ ਕਰਕੇ ਅਭੇਦ ਹੋ ਜਾਂਦੇ ਆ ਦੋਨੋਂ ਉਹ ਬਹਿ ਕੇ ਦੋਨੋਂ ਹੀ ਇਹ ਜਿਹੜੇ ਆ ਭੇਦ ਹੋ ਜਾਂਦੇ ਆ। ਠੀਕ ਆ, ਚਿੱਤ ਤੇ ਚੇਤਨ ਤਾਂ ਤੇ ਕੋਈ ਇਸੇ ਕਰਕੇ ਦੋਵੇਂ ਅਭੇਦ ਹੋ ਜਾਂਦੇ ਆ। ਚਿੱਤ ਚੇਤਨਾ ਸੁਜਾਤੀ ਜਾਂ ਤੇ ਕਹਿੰਦੇ ਵੀ ਉੱਪਰ ਦੱਸ ਕੇ ਨਾ ਵੀ ਕਹਿੰਦੇ ਚਿੱਤ ਦੇ ਨਾਲ ਮਿਲ ਕੇ ਚੇਤਨ ਦੇ ਨਾਲ ਮਿਲ ਕੇ ਜਿਹੜਾ ਚਿੱਤ ਆ ਉਹ ਚੇਤਨੀ ਰੂਪ ਹੋ ਗਿਆ। ਹਾਂਜੀ, ਤੇ ਚਿੱਤ ਨਾ ਸੁਜਾਤੀ ਜਾਂ ਤੇ ਵੀ ਜਿਸ ਕਰਕੇ ਜਿਹੜਾ ਚਿੱਤ ਚੇਤਨ ਆ ਜਿਹੜਾ ਚਿੱਤ ਹੈ ਤੇ ਉਹ ਚਿੱਤ ਕੀ ਚੇਤਨ ਆ ਇਹ ਦੋਵੇਂ ਸੁਜਾਤੀ ਨਾਮ ਆ। ਚਿੱਤ ਤੇ ਚੇਤਨ ਦੋਵੇਂ ਨਾਮ ਹੀ ਸੁਜਾਤੀ ਆ ਭਾਵੇਂ ਇੱਕੋ ਜਾਤ ਹੈ। ਇੱਕ ਹੁੰਦਾ ਵਿਜਾਤੀ ਭਾਵ ਉਲਟੀ ਜਾਤੀ ਜਿਵੇਂ ਬ੍ਰਾਹਮਣ ਤੋਂ ਉਲਟੀ ਜਾਤੀ ਖੱਤਰੀ ਆ ਬ੍ਰਾਹਮਣ ਆ ਇਹ ਸੂਦਰ ਵੈਸ ਆ। ਹਾਂਜੀ, ਜਿਵੇਂ ਚੌਵੇਂ ਵਰਨਾਂ ਦੀ ਆਪੋ ਉਲਟੀ ਜਾਤੀਆਂ ਹੈ ਜਿਵੇਂ ਜੱਟ ਦੇ ਉਲਟ ਮਜ਼੍ਹਬੀ ਸਿੱਖ ਆ ਇਸ ਤਰ੍ਹਾਂ ਜਾਤੀਆਂ ਹੈ ਨਾ। ਇਸੇ ਤਰ੍ਹਾਂ ਜਿਵੇਂ ਮਨੁੱਖ ਜਾਤੀ ਦੇ ਉਲਟ ਕੀ ਆ ਪਸ਼ੂ ਆ ਪੰਛੀ ਆ ਇਹ ਜਾਤੀ ਆ। ਠੀਕ ਹੈ ਜੀ, ਇੱਕ ਇਹ ਭੇਦ ਹੁੰਦੇ ਆ ਸੁਜਾਤੀ ਵਿਜਾਤੀ ਸਵੈਗਤ ਭੇਦ। ਤੇ ਇਹ ਸੁਜਾਤੀ ਹੁੰਦਾ ਜਿਵੇਂ ਅਸੀਂ ਮਨੁੱਖ ਹਾਂ ਹੋਰ ਸਾਡੀ ਕਿੰਨੀ ਜਾਤੀ ਦੇ ਮਨੁੱਖ ਲੋਕ ਤੁਰੇ ਫਿਰਦੇ ਆ ਜਿਵੇਂ ਇੱਕ ਬ੍ਰਾਹਮਣ ਹੋਰ ਬ੍ਰਾਹਮਣ ਬੜੇ ਸੁਜਾਤੀ ਭੇਦ ਹੁੰਦਾ। ਤੇ ਚਿੱਤ ਪਰ ਇੱਕੋ ਹੀ ਹੁੰਦਾ ਸੁਜਾਤੀ ਹੁੰਦਾ ਆਪਣੀ ਹੀ ਜਾਤ ਸਵੈ ਜਾਤੀ ਤੇ ਚਿੱਤ ਤੇ ਚੇਤਨ ਜਿਹੜੇ ਨਾਮ ਆ ਕਹਿੰਦੇ ਸਵੈ ਜਾਤੀ ਆ ਭਾਵੇਂ ਇੱਕੋ ਹੀ ਆ। ਕਿਵੇਂ ਭਵਤ ਭੇਦ ਉਭੈ ਚਿੱਤ ਤਾਂ ਤੇ ਕਹੀਏ ਇਸੇ ਕਰਕੇ ਦੋਵੇਂ ਉਭੈ ਕਈ ਦੋਵੇਂ ਜਿਹੜੇ ਆ ਆਪੋ ਵਿੱਚ ਹੀ ਅਭੇਦ ਭਵਤ ਕਈ ਹੋ ਜਾਂਦੇ ਆ ਤੇ
ਦੋਵੇਂ ਚਿੱਤ ਕੀ ਚੇਤਨੀਆਂ, ਦੋਵੇਂ ਚੇਤਨੀਆਂ ਭਾਵ ਚਿੱਤ ਵੱਖਰਾ ਨਹੀਂ ਤੇ ਚੇਤਨ ਵੱਖਰਾ ਨਹੀਂ, ਇੱਕੋ ਹੀ ਰੂਪ ਆ। ਉਹ ਕਿਵੇਂ ਆ ਵੀ ਦ੍ਰਿਸ਼ਟਾਂਤ ਜੇ ਸਮਝਣਾ ਹੋਵੇ ਇੱਦਾਂ ਆ ਹਾਂ ਕਿ ਜਿਸ ਤਰ੍ਹਾਂ ਉਹ ਘੜਾ ਆ ਤੇ ਘੜੇ ਵਿੱਚ ਜੋ ਸੂਰਜ ਦਾ ਅਕਸ ਪੈਂਦਾ, ਪ੍ਰਤੀਬਿੰਬ ਪੈਂਦਾ, ਤੇ ਉਹ ਪ੍ਰਤੀਬਿੰਬ ਕੀ ਹੈ, ਸੂਰਜ ਦਾ ਹੀ ਰੂਪ ਹੈ। ਉਹ ਉਪਾਧੀ ਕਰਕੇ, ਘੜੇ ਦੀ ਉਪਾਧੀ ਕਰਕੇ, ਵਿੱਚ ਜਲ ਹੋਣੇ ਕਰਕੇ ਜਿਹੜਾ ਬਿੰਬ ਰੂਪ ਸੂਰਜ ਆ ਉਹ ਪ੍ਰਤੀਬਿੰਬ ਨਾਮ ਕਹਾਉਂਦਾ ਵਾ। ਵਾਪਸ ਪਰਛਾਵਾਂ ਵਿੱਚ ਪੈ ਕੇ ਤੋਂ ਕਹਾਉਂਦਾ, ਜੇ ਉੱਥੇ ਘੜਾ ਨਾ ਹੋਵੇ ਤੇ ਵਿੱਚ ਜਲ ਨਾ ਹੋਵੇ ਤੇ ਉਹ ਜਿਹੜਾ ਪਰਛਾਵਾਂ ਹੈ ਉਹ ਮੁੱਦਾ ਮਿਟ ਜਾਏਗਾ। ਫਿਰ ਉਹ ਕੀ ਹੈ, ਕਿੱਥੇ ਸਮਾਊ ਜਾ ਕੇ, ਸੂਰਜ ਵਿੱਚ ਹੀ ਸਮਾਊ। ਤੇ ਬਿੰਬ ਜਿਹੜਾ ਮਨ ਸੂਰਜ ਆ ਤੇ ਉਹ ਪ੍ਰਤੀਬਿੰਬ ਹੀ ਹੈ। ਪ੍ਰਤੀਬਿੰਬ ਜਿਹੜਾ ਸੂਰਜ ਹੀ ਆ ਉਹ ਤੇ ਘੜੇ ਕਰਕੇ, ਤੇ ਘੜੇ ਵਿੱਚ ਜਿਹੜਾ ਪਰਛਾਵਾਂ ਪੈ ਰਿਹਾ ਉਹਦੇ ਕਰਕੇ ਵੱਖਰਾ ਲੱਗਣ ਡਿਆ ਵੀ ਆਹ ਪਰਛਾਵਾਂ, ਆਹ ਸੂਰਜ ਦਾ, ਆਹ ਦੂਸਰਾ ਸੂਰਜ ਆ, ਪ੍ਰਤੀਬਿੰਬ ਆ, ਉਹ ਬਿੰਬ ਰੂਪ ਸੂਰਜ ਉੱਤੇ ਆ। ਪਰ ਜੇ ਘੜਾ ਨਾ ਰਵੇ, ਪਾਣੀ ਨਾ ਰਵੇ ਤੇ ਉੱਥੇ ਉਹ ਜਿਹੜਾ ਪ੍ਰਤੀਬਿੰਬ ਕਿੱਥੇ ਸਮਾਊ ਜਾ ਕੇ, ਸਿੱਧਾ ਹੀ ਸੂਰਜ ਵਿੱਚ। ਇਸ ਕਰਕੇ ਉਹਦਾ ਹੀ ਰੂਪ ਆ। ਇਸੇ ਤਰ੍ਹਾਂ ਜਿਹੜਾ ਅੰਤःਕਰਨ ਆ, ਅੰਤःਕਰਨ ਵਿੱਚ ਜਿਹੜੀ ਚਿੰਤਨ ਰੂਪ ਬਿਰਤੀ ਆ ਉਹ ਹੈ, ਜੇ ਚਿੰਤਨ ਕਰਦੀ ਉਹ ਹੈ ਚਿੱਤ ਬਿਰਤੀ। ਤੇ ਉਹ ਚੇਤਨ ਆਤਮਾ ਤੇ ਉਹ ਜਿਹੜੀ ਬਿਰਤੀ ਜਦੋਂ ਅੰਤःਕਰਨ 'ਚ ਸਮਾਉਂਦੀ ਆ ਤੇ ਅੰਤःਕਰਨ ਉਸ ਜਿਹੜੀ ਬ੍ਰਿਤੀ ਆ ਉਹ ਬਿਰਤੀ ਨੂੰ ਤਿਆਗਦੀ ਛੱਡ ਦਈ ਹੈ ਤੇ ਅਹੰ ਬ੍ਰਹਮਾਸਮੀ ਸਜਾਤੀ ਬਿਰਤੀ ਦੇ ਪ੍ਰਵਾਹ ਕਰਕੇ ਚੇਤਨ ਆਤਮਾ ਰੂਪ ਹੋ ਜਾਂਦਾ। ਸਿੱਧਾ ਸੌਖਾ ਜਿਹਾ ਸਮਝਾਵਾਂ ਕਿ ਜਿਵੇਂ ਅੰਤःਕਰਨ ਵੇਖੋ ਇੱਕ ਬਿਰਤੀ ਹੈ, ਚਾਰ ਤਰ੍ਹਾਂ ਦੀ ਬਿਰਤੀ, ਮਨ, ਬੁੱਧ, ਚਿੱਤ, ਅਹੰਕਾਰ। ਉਹ ਆਪੋ ਆਪਣੀ ਬਿਰਤੀਆਂ ਕਰਕੇ ਨਾਮ ਕਹਾਉਂਦਾ। ਜਦੋਂ ਬਿਰਤੀ ਮੁੱਕ ਜਾਂਦੀ ਹੈ ਤੇ ਅੰਤःਕਰਨ ਖਤਮ ਹੋ ਜਾਂਦਾ। ਅੰਤःਕਰਨ ਕਿੱਥੇ ਸਮਾਉਂਦਾ ਜਾ ਕੇ, ਸਿੱਧਾ ਆਤਮਾ ਜੀ, ਚੇਤਨ ਜੀ। ਭਾਵ ਇੱਕ ਜਿਹੜਾ ਚਾਰ ਤਰ੍ਹਾਂ ਦੀ ਬਿਰਤੀ ਹੈ, ਜਿਹੜੀ ਸੰਕਲਪ ਵਿਕਲਪ ਕਰਦੀ ਉਹਨੂੰ ਮਨ ਕਿਹਾ ਜਾਂਦਾ, ਜਿਹੜੀ ਚਿੰਤਨ ਕਰਦੀ ਹੈ, ਚਿਤਵਨੀਆਂ ਕਰਦੀ ਉਹਨੂੰ ਚਿੱਤ ਕਿਹਾ ਜਾਂਦਾ, ਜਿਹੜੀ ਅਹੰ ਬਿਰਤੀ ਉਹਨੂੰ ਅਹੰਕਾਰ ਕਿਹਾ ਜਾਂਦਾ, ਤੇ ਜਿਹੜੀ ਨਿਰਣੇ ਕਰਦੀ ਬਿਰਤੀ ਉਹਨੂੰ ਬੁੱਧੀ ਕਿਹਾ ਜਾਂਦਾ। ਤੇ ਇੱਕ ਬਿਰਤੀ ਜਦੋਂ ਬਿਰਤੀ ਸਮਾਪਤ ਤੇ ਬਸ ਜਿਵੇਂ ਸੂਰਜ ਦੀਆਂ ਕਿਰਨਾਂ ਬਾਹਰ ਨਿਕਲਦੀਆਂ, ਕਿਰਨਾਂ ਸਮਾਪਤ, ਸੂਰਜ ਸਮਾ ਜਾਂਦੀਆਂ। ਇਸੇ ਤਰ੍ਹਾਂ ਜਦੋਂ ਬਿਰਤੀਆਂ ਚਾਰ ਬਣਦੀਆਂ ਜਦੋਂ ਅੰਤःਕਰਨ ਬਣ ਜਾਂਦਾ। ਜਦੋਂ ਬਿਰਤੀਆਂ ਸਮਾਪਤ ਉਹ ਲੀਨ ਕਿੱਥੇ ਹੁੰਦੀਆਂ ਜਾ ਕੇ, ਸੂਰਜ ਦੀ ਨਹੀਂ, ਜਿਵੇਂ ਕਿਰਨਾਂ ਸੂਰਜ ਦੇ ਮਿਲ ਜਾਂਦੀਆਂ, ਇਸੇ ਤਰ੍ਹਾਂ ਉਹ ਚਾਰੇ ਬਿਰਤੀਆਂ ਆਤਮਾ ਜੀ ਸਮਾ ਜਾਂਦੀਆਂ। ਇਸ ਕਰਕੇ ਜੋ ਜਿਸ 'ਚੋਂ ਪ੍ਰਗਟ ਹੋਵੇ ਉਹਦਾ ਹੀ ਰੂਪ ਹੁੰਦਾ ਹੈ। ਤਾਂ ਕਰਕੇ ਇਸ ਜਾਤੀ ਭੇਦ ਆ, ਭਗਤ ਕਹੀਏ ਹੁੰਦਾ ਹੈ ਅਭੇਦ, ਉਭੇ ਕਹੀਏ ਦੋਨੋਂ ਹੀ। ਭਾਵ ਚਿੱਤ ਤੇ ਚੇਤਨ ਦੋਵੇਂ ਇੱਕੋ ਹੀ ਰੂਪ ਹੈ। ਹਾਂਜੀ, ਇਹ ਵੱਖਰੇ ਨਹੀਂ। ਬਿਰਤੀ ਕਰਕੇ ਨਾਮ ਇਹਦਾ ਚੇਤਨ ਜਿਹੜਾ ਪਿਆ ਹੋਇਆ। ਅਚਲ ਨਿਜਾਤਮ ਸੁਖ ਕੀ ਦਾਨੀ। ਅੱਗੇ ਹੋਰ ਕਹਿੰਦੇ ਆ ਵੀ ਅਚਲ ਜੋ ਚਲਾਇਮਾਨ ਨਹੀਂ ਹੈ ਤੇ ਨਿਜ ਵੀ ਆਪਣਾ ਆਤਮਾ, ਨਿਜਾਤਮ ਆਪਣਾ ਆਤਮਾ, ਅਚਲ ਤੇ ਆਪਣੇ ਆਤਮਾ ਨੂੰ ਸੁਖ ਦੀ ਦੇਣ ਵਾਲੀ, ਸੁਖ ਦੀ ਦਾਨੀ, ਸੁਖ ਦੀ ਦਾਤੀ ਹੈ। ਤਾਂ ਤੇ ਅਚਲ ਚਤਰ ਮਾਮ ਬਾਣੀ। ਇਸ ਤਾਦ ਕਹੀਏ ਇਸ ਵਾਸਤੇ ਜਾਂ ਇਸ ਕਰਕੇ ਜਿਹੜੇ ਕਹਿੰਦੇ ਆ ਅਚਲ ਚਤਰ ਸਿਆਣੀ ਹੈ, ਮਮ ਬਾਣੀ ਮੇਰੀ ਬਾਣੀ। ਕਿ ਜੋ ਅਚਲ ਜਿਹੜਾ ਹੈ ਜਾਣ ਵਾਲਾ ਸੁੱਖ ਨਹੀਂ ਆ, ਭਾਵ ਨਿਰਹਲ ਸੁੱਖ ਤੇ ਆਪਣੇ ਆਤਮਾ ਦਾ ਸੁੱਖ ਦਾ ਦੇਣ ਵਾਲੀ ਹੈ। ਭਾਵ ਕਿ ਕੀ ਕਹਿੰਦੇ ਮੇਰੀ ਬਾਣੀ, ਇਸੇ ਕਰਕੇ ਉਹ ਅਚਲ ਆ ਤੇ ਚਤਰ ਆ ਮੇਰੀ ਬਾਣੀ। ਜਹਾਂ ਸੋਚਾਰੇ ਗਿਰਾਹ ਮਾਰੀ। ਜਹਾਂ ਕਹੀਏ ਕਿਤੇ ਜਿੱਥੇ ਵੀ, ਭਾਵ ਮੇਰੀ ਬਾਣੀ ਕਹਿੰਦੇ ਚਾਰੇਗੀ ਵਿਚਰੇਗੀ, ਗਿਰਾਹ ਮਾਰੀ ਮੇਰੀ ਬਾਣੀ ਚਰੇਗੀ ਵਿਚਰੇਗੀ। ਜਹਾਂ ਕਿ ਜਿੱਥੇ ਵੀ, ਜਹਾਂ ਜਿੱਥੇ ਵੀ ਸੋ ਗਈ ਉਹ ਚਰੇ ਵਿਚਰੇਗੀ। ਗਿਰਾਹ ਹਮਾਰੀ ਭਾਵ ਮੇਰੀ ਬਾਣੀ ਕਰੇ ਤਿਸੈ ਤਬ ਨਿਜ ਅਨਸਾਰੀ। ਤਦੋਂ ਕਹਿੰਦੇ ਆਪਣੇ ਸਾਰੀ ਤਿਸੇ ਕਈ ਉਸ ਪੁਰਸ਼ ਨੂੰ ਕਰੇ ਕਰ ਲੈਂਦੀ ਹੈ ਤੇ ਕਰਦੀ ਜਾਏਗੀ, ਉਹਨਾਂ ਸਭਨਾਂ ਨੂੰ ਆਪਣੇ ਸਾਰੀ ਕਰਦੀ ਜਾਏਗੀ।
ਭਾਵ ਸੁਖ ਹੀ ਪ੍ਰਦਾਨ ਕਰੇਗੀ। ਜੋ ਜੋ ਮੈਂ ਕਹਿਣਾ ਉਹਦਾ ਅਸਰ ਹੋਏਗਾ। ਚੱਲ ਨਿਜਾਤਮ ਸੁਖ ਕੀ ਦਾਨੀ, ਚੱਲ ਰੂਪ ਜੋ ਜਾਂ ਵੀ ਚੱਲ ਰੂਪ ਜੋ ਨਿਜ ਆਤਮਾ ਆਪਣਾ ਆਤਮਾ ਆ, ਆਕੇ ਰਿਹਾ ਵਾ, ਆਕੇ ਚਲਾਇਮਾਨ ਨਹੀਂ ਹੁੰਦਾ। ਤੇ ਉਸ ਆਤਮਾ ਦੇ ਸੁੱਖ ਦੇ ਦੇਣ ਵਾਲੀ ਕਹਿੰਦੇ ਜੋ ਮੇਰੀ ਬਾਣੀ ਹੈ ਉਹ ਵੀ ਅਚਾਲੀ ਹੈ ਤੇ ਬੜੀ ਚਤਰ ਸਿਆਣੀ ਹੈ। ਜਹਾਂ ਸੰਚਰੇ ਪਾਠ ਸੇ ਕੀਤਾ, ਜਹਾਂ ਸੰਚਰੇ ਗਿਰਾ ਹਮਾਰੀ, ਜਾ ਕੇ ਜਿੱਥੇ ਵੀ ਸੰਗ ਇਹ ਭਲੀ ਪ੍ਰਕਾਰ ਚਰੇ ਵਿਚਰੇਗੀ ਗਿਰਾ ਹਮਾਰੀ ਮੇਰੀ ਬਾਣੀ। ਜਿਸੇ ਹਾਂਜੀ ਬੜੀ ਚਤਰ ਹੈ ਮੇਰੀ ਬਾਣੀ, ਵਿਕਾਰਾਂ ਨੂੰ ਨਾਸ਼ ਕਰਨ ਵਿੱਚ, ਭੇਦ ਭਰਮ ਨੂੰ ਨਾਸ਼ ਕਰਨ ਵਿੱਚ। ਤੇ ਜਿੱਥੇ ਭਲੀ ਪ੍ਰਕਾਰ ਮੇਰੀ ਬਾਣੀ ਕਹਿੰਦੇ ਵਿਚਰੇਗੀ, ਔਰ ਜਿਸ ਉਸ ਦੇ ਹਿਰਦੇ ਵਿੱਚ ਵੀ ਕਹਿੰਦੇ ਮੇਰੀ ਬਾਣੀ ਸਥਿਤ ਹੋ ਜਾਵੇਗੀ। ਤੇ ਕਰੇ ਤਿਸੈ ਤਬ ਨਿਜਸਾਰ, ਤਿਸੈ ਕਈ ਉਸੇ ਪੁਰਸ਼ ਨੂੰ ਕਹਿੰਦੇ ਉਸੇ ਸਮੇਂ ਤਦੋਂ ਹੀ ਜਿਹੜਾ ਆਪਣੇ ਨਿਜ ਅਨਸਾਰੀ ਆਪਣੇ ਅਨਸਾਰੀ ਕਰ ਲਵੇਗੀ। ਭਾਵ ਇਹ ਆ ਜੋ ਸੰਸਾਰ ਜਨਮ ਮਰਨ ਤੋਂ ਰਹਿਤ ਕਰ ਦੇਵੇਗੀ। ਇਹ ਜੀ ਮੇਰੀ ਬਾਣੀ ਕਹਿੰਦੇ, ਕਿਉਂਕਿ ਆਤਮਾ ਦਾ ਸੁੱਖ ਬਖਸ਼ੇਗੀ ਤੇ ਜਨਮ ਮਰਨ ਤੇ ਆਪੇ ਹੀ ਖਤਮ ਆ। ਫਿਰ ਤੇ ਆਪੇ ਹੀ ਉਹਦੇ ਨਾਲ ਸੁੱਖ ਪ੍ਰਾਪਤ ਜੇ ਹੋ ਰਿਹਾ ਤੇ ਆਤਮ ਸੁੱਖ ਦੇ ਨਾਲ ਹੀ ਜਨਮ ਮਰਨ ਦੀ ਮੁਕਤੀ ਹੈ, ਜਨਮ ਮਰਨ ਤੋਂ ਛੁਟਕਾਰਾ ਹੈ, ਭਰਮਾਂ ਦਾ ਨਾਸ ਹੈ, ਭੇਦ ਦਾ ਨਾਸ ਹੈ। ਇਸ ਪ੍ਰਕਾਰ ਕਹਿ ਰਹੇ ਆ। ਤਾਂ ਤੇ ਵਾਕ ਹਮਾਰੇ ਰਾਜਨ, हे ਰਾਜਨ ਤਾਂ ਤੇ ਕਈ ਇਸੇ ਕਰਕੇ ਮੇਰੇ ਜਿਹੜੇ ਵਾਕ ਵਚਨ ਆ, ਬਾਣੀ ਆ, ਚੰਨ ਸ਼ਰਧਾਲੂ ਕੇ ਅਤ ਸਾਜਨ, ਜਿਹੜੇ ਜਾਣਿਆ ਸ਼ਰਧਾਲੂ ਆ, ਸ਼ਰਧਾਲੂ ਪੁਰਸ਼ਾਂ ਦੇ ਵੱਡੇ ਹੀ ਸੱਜਣ ਹਨ। ਅਤਿਸ਼ੈ ਕਰਕੇ ਬੜੇ ਸੱਜਣ ਹੈ ਮੇਰੇ ਬਚਨ। ਤਮਾਮ ਬਚਨੋਂ ਪਰਤਵ ਸਰਦਾ ਜਬ, ਜਦੋਂ ਕਹਿੰਦੇ ਮੇਰੇ ਬਚਨਾਂ ਪਰਤਾਪ ਸਰਦਾ ਤੇਰੀ ਸ਼ਰਧਾ ਹੋਵੇਗੀ। ਤਰੋ ਤਬੈ ਔਰ ਤਾਪ ਹਰੋ ਤਬ, ਤਦੋਂ ਹੀ ਕਹਿੰਦੇ ਧਰੋਂ ਕੇ ਧਾਰਨ ਕਰੇਗਾ, ਜਦੋਂ ਹੀ ਤੂੰ ਤੇਰੀ ਸ਼ਰਧਾ ਹੋਏਗੀ ਮੇਰੇ ਬਚਨਾਂ ਪਰ, ਤਦੋਂ ਹੀ ਕਹਿੰਦੇ ਹਿਰਦੇ ਦਾ ਜਿਹੜਾ ਤਾਪ ਤੂੰ ਹਰੋ ਕੇ ਨਾਸ਼ ਕਰ ਲਵੇਂਗਾ। ਤਦੋਂ ਹੀ ਸਾਰੇ ਚਿੱਤ ਦੇ ਤਾਪ ਤੂੰ, ਹਿਰਦੇ ਦੇ ਤਾਪ ਤੂੰ ਨਾਸ਼ ਕਰ ਲਵੇਂਗਾ। ਮਾਂ ਬਚਨੋਂ ਪਰਤਵ ਸਰਦਾ ਜਾਗਾ। ਇਹ ਰਾਜਾ ਜਦੋਂ ਹੀ ਤੇਰੀ ਸ਼ਰਧਾ ਮੇਰੇ ਵਚਨਾਂ ਪਰ ਹੋਊਗੀ ਤੇ ਤੂੰ ਹਿਰਦੇ ਵਿੱਚ ਧਾਰ ਲਵੇਂਗਾ ਤੇ ਧਾਰਨ ਕਰਕੇ ਸਾਰੇ ਹਿਰਦੇ ਦੇ ਜਿਹੜੇ ਤਾਪ ਤੇਰੇ ਆ ਨਾਸ਼ ਹੋ ਜਾਣਗੇ। ਮਤਲਬ ਕਹਿਣ ਦਾ ਇਹ ਆ ਵੀ ਜੋ ਬਚਨ ਧਾਰਦਾ ਹੈ ਉਹਦੇ ਹੀ ਸਾਰੇ ਤਾਪ ਦੂਰ ਹੋ ਜਾਣਗੇ, ਤੇਰੇ ਵੀ ਦੂਰ ਹੋ ਜਾਣਗੇ। ਤੇ ਫਿਰ ਰਾਜਾ ਕਹਿਣ ਲੱਗਾ ਵੀ ਵੇਖੋ ਸੁਣੋ ਮਹਾਰਾਜ ਜੀ, ਭਰਤਰੀ ਜੀ, ਤੁਹਾਡੇ ਬਚਨ ਧਾਰ ਕੇ ਮੈਂ ਕਿਹੜਾ ਕਰਤੱਵ ਕਰਾਂ, ਕੀ ਮੈਨੂੰ ਕਰਨਾ ਚਾਹੀਦਾ। ਉਹਦਾ ਉੱਤਰ ਹੁਣ ਇਹਦੇ ਵਿੱਚ ਦੇਣਗੇ ਇਸ ਛੰਦ ਵਿੱਚ। ਸਰਬ ਜਨੋਂ ਕੇ ਹਿਤ ਕੀ ਕੀਜੈ, ਕਹਿੰਦੇ ਕਰਨਾ ਕੀ ਆ ਵੀ ਸਾਰੇ ਜਨਾਂ ਦੇ ਭਲੇ ਦੇ, ਸਾਰੇ ਪੁਰਸ਼ਾਂ ਦੇ, ਸਾਰੇ ਜਨਾਂ ਦੇ ਹਿੱਤ ਦੀ ਭਾਵ ਭਲੇ ਦੀ ਕੀਜੈ ਕਹੀਏ, ਹਿੱਤ ਦੀ ਜਿਹੜੀ ਗੱਲ ਕਰਨੀ ਚਾਹੀਦੀ ਹੈ। ਜਿੱਥੇ ਜਾਏ ਬਈਏ, ਜਿੱਥੇ ਜਾਏ ਵਹੀਏ ਭਲਾ ਕਹੀਏ, ਸਤਿਗੁਰੂ ਮਹਾਰਾਜ ਕਹਿੰਦੇ ਚੋਲ ਅੰਮ੍ਰਿਤ ਪੀਜੈ। ਇਹ ਸਾਰੇ ਜਨਾਂ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ। ਜਾਂ ਕੀਜੇ ਕਹੀ ਕਰੋ ਨਿਰਭੈ ਦਾਨ ਸਗਲ ਕੋ ਦੀਜੈ, ਅਤੇ ਨਿਰਭੈ ਜਿਹੜਾ ਨਿਰਭੈ ਪਦ ਦਾ ਦਾਨ ਹੈ ਉਹ ਸਭਨਾਂ ਨੂੰ ਦੀਜੇ ਕਹੀ ਦੇਣਾ ਕਰੋ। ਕਿਸੇ ਨੂੰ ਆਪਣਾ ਭੈ ਨਾ ਦਿਓ, ਸਗੋਂ ਨਿਰਭੈ ਦਾਨ ਦਿਓ, ਕਿਉਂਕਿ ਗਿਆਨੀਆਂ ਦਾ ਇਹੋ ਹੀ ਦਾਨ ਆ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਸਾਰੇ ਜਨਾਂ ਦੇ ਹਿੱਤ ਦੀ ਗੱਲ ਕਰੀਏ, ਭਲੇ ਦੀ ਗੱਲ ਕਰਨੀ ਚਾਹੀਦੀ ਹੈ। ਤੂੰ ਇੱਦਾਂ ਕਰੀ ਨਿਰਭੈ ਦਾਨ ਸਗਲ ਕੋ ਦੀਜੈ, ਸਾਰਿਆਂ ਨੂੰ ਭੈ ਤੋਂ ਰਹਿਤ ਕਰਨ ਵਾਲਾ ਜਿਹੜਾ ਆਤਮ ਗਿਆਨ ਹੈ ਉਹਦਾ ਦਾਨ ਦੇਣਾ ਕਰ। ਤੇ ਇਹ ਦਾਨ ਦੇਣਾ ਚਾਹੀਦਾ ਹੈ। ਜਸ ਕੋ ਤਿਲਕ ਧਾਰ ਜਗ ਜੀਜੈ, ਅਤੇ ਯਸ ਦਾ ਜਿਹੜਾ ਤਿਲਕ ਲੈ ਕੇ ਜੀਣਾ ਕਰ। ਮਾਨਸ ਦੇ ਸਫਲ ਕਰ ਲੀਜੈ, ਅਤੇ ਆਪਣਾ ਜਿਹੜਾ ਮਨੁੱਖ ਦੇਹ ਹੈ, ਮਨੁੱਖ ਦੇਹ ਦਾ ਸਰੀਰ ਹੈ, ਇਹਨੂੰ ਸਫਲ ਕਰ ਲੀਜੈ, ਕਰ ਲੈ, ਸਫਲ ਕਰ ਲੈਣਾ ਚਾਹੀਦਾ ਮਨੁੱਖ ਨੇ। ਤੂੰ ਵੀ ਕਰ ਲਾ
क्योंकि पई भरात मानव देहरिया गोबिंद बिन कीर तेरी परिया जस को तिलक धार जग दीजै जस दा टिक्का मत्थे उत्ते ला के संसार ਵਿੱਚ ਜਿਉਣਾ ਚਾਹੀਦਾ ਜੀਣਾ ਕਰ। ਇਸ ਤਰ੍ਹਾਂ ਨਾਲ ਮਾਨਸ ਦੇ ਮਨੁੱਖ ਦੇ ਸਫਲ ਕਰ ਲਿਆ ਸਫਲ ਕਰਨੀ ਚਾਹੀਦੀ ਹੈ। ਦੋਹਰਾ ਹਰ ਹੋ ਦੁਖੀ ਕੇ ਦੁੱਖ ਕੋ ਹੋਰ ਵੀ ਸੁਣ ਦੁਖੀ ਪੁਰਸ਼ ਦੇ ਦੁੱਖ ਨੂੰ ਹਰੋ ਕਹੀਏ ਨਾਸ ਕਰੋ। ਸਗੋਂ ਦੁੱਖ ਨਾ ਦਿਓ ਵੀ ਦੁਖੀ ਨੂੰ ਦੁੱਖ ਦਿਓ ਕਿ ਇਹ ਪਰੇਸ਼ਾਨੀ ਨੂੰ ਹੋਰ ਆਪਣੇ ਅਧੀਨ ਕਰਕੇ ਉਹਦੀ ਤਸੱਲੀ ਕਰਾਓ। ਇੱਦਾਂ ਨਾ ਕਰੋ। ਹਰ ਹੋ ਦੁਖੀ ਕੇ ਦੁੱਖ ਕੋ ਦੁਖੀ ਦੇ ਦੁੱਖ ਨੂੰ ਹਰੋ ਨਾਸ ਕਰੋ। ਸੁਖੀਏ ਕੋ ਸੁਖ ਦੇ ਹੋ ਅਤੇ ਉਹ ਜਦੋਂ ਸੁਖੀ ਹੋ ਜਾਂਦਾ ਉਹਨੂੰ ਸੁਖੀਏ ਨੂੰ ਹੋਰ ਸੁੱਖ ਦਿਓ ਹੋਰ ਸੁੱਖ ਦੇਣਾ ਕਰੋ। ਧਰੋ ਸਰੋਮਣ ਬਚਨ ਮਨ ਮਮ ਪਾਠ ਹੋਣਾ। ਧਰੋ ਸਰੋਮਣ ਬਚਨ ਮਮ ਹਰੋ ਦੁਖੀ ਕੇ ਦੁੱਖ ਕੋ। ਇਹ ਰਾਜਾ ਦੁਖੀ ਪੁਰਸ਼ਾਂ ਦੇ ਦੁੱਖ ਨੂੰ ਜਿਸ ਤਰ੍ਹਾਂ ਹੀ ਹੋਵੇ ਦੂਰ ਕਰੋ ਅਤੇ ਸੁਖੀਏ ਕੋ ਸੁਖ ਦੇ ਹੋ। ਸੁਖੀਏ ਕੋ ਸੁਖ ਦੇ ਸੁਖੀ ਪੁਰਸ਼ ਨੂੰ ਸੁਖ ਦੇ ਅਥਵਾ ਇਹ ਕਹਿੰਦੇ ਆ ਵੀ ਜੋ ਦੁਖੀ ਹੈ ਨਾ ਅਗਿਆਨੀ ਜੀਵ ਅਗਿਆਨ ਕਰਕੇ ਉਹਦੇ ਅਗਿਆਨ ਨੂੰ ਦੇ ਦੁੱਖ ਨੂੰ ਦੂਰ ਕਰਨਾ ਗਿਆਨ ਦੇ ਕੇ ਇਹ ਸਿਆਣਪ ਵਰਤਣੀ। ਤੇ ਸੁਖੀਏ ਕੋ ਸੁਖ ਦੇ ਸੁਖੀ ਕੌਣ ਸੰਤ ਜੋ ਸੰਤ ਮਹਾਤਮਾ ਆ ਆਤਮਾ ਆਨੰਦ ਕਰਕੇ ਸੁਖੀ ਆ ਉਹਨਾਂ ਨੂੰ ਸੁੱਖ ਦੇਣਾ। ਕਿੱਦਾਂ ਸੇਵਾ ਕਰਕੇ ਖਾਣ ਪੈਰਨ ਕੱਪੜੇ ਆਦਿ ਦੇ ਕੇ ਉਹਨਾਂ ਨੂੰ ਸੁੱਖ ਦੇ। ਧਰੋਂ ਸਰੋਮਣ ਬਚਨ ਮਮ ਕਹਿੰਦੇ ਇਹ ਜਿਹੜਾ ਬਚਨ ਆ ਨਾ ਮਮ ਕੇ ਮੇਰਾ ਇਹ ਬਚਨ ਬੜਾ ਸ਼੍ਰੋਮਣੀ ਹੈ ਭਾਰੀ ਹੈ ਵੱਡਾ ਆ ਤੇ ਇਸ ਨੂੰ ਤੂੰ ਧਾਰਨ ਕਰ ਸਿਰ ਉੱਪਰ ਖੇੜੇ ਮੱਥੇ। ਰਮੋ ਨਰੋ ਮਣ ਗੇਹ ਨਰੋਂ ਦੀ ਮਣੀ ਨਰਾਂ ਦੇ ਮਣੀ ਭਾਵ ਪੁਰਸ਼ਾਂ ਦੇ ਮਣੀ ਰੂਪ ਰਾਜਾ ਤੇ ਤੂੰ ਗੇਹ ਕੇ ਘਰ ਨੂੰ ਗੇਹ ਨਾਮ ਘਰ ਦਾ ਘਰ ਨੂੰ ਰਮੋ ਕਹੀਏ ਰਮਣਾ ਕਰ ਫੌਜ ਚਲੇ ਜਾ। ਤੇ ਤੂੰ ਹੁਣ ਜਾ ਕੇ ਆਪਣਾ ਜਿਵੇਂ ਤੈਨੂੰ ਬਚਨ ਕਹੇ ਇਹਨਾਂ ਨੂੰ ਬਚਨਾਂ ਨੂੰ ਧਾਰਨ ਕਰ। ਦੋ ਛੰਦਾਂ ਵਿੱਚ ਰਾਜੇ ਨੂੰ ਸਿੱਖਿਆ ਦਿੱਤੀ ਵੀ ਮੈਂ ਕੀ ਕਰਤੱਵ ਕਰਾਂ ਤੈਨੂੰ ਸਿੱਖਿਆ ਦਿੱਤੀ ਹੈ। ਇਸ ਤਰ੍ਹਾਂ ਭਰਤਰੀ ਦੇ ਬਚਨ ਸੁਣ ਕੇ ਤੇ ਰਾਜਾ ਜਿਹੜਾ ਆਪਣੇ ਘਰ ਨੂੰ ਚਲਾ ਗਿਆ ਸੀ ਤੇ ਉਹ ਵੀ ਗਿਆਨੀ ਬਣ ਗਿਆ ਸੀ। ਤਿੰਨ ਰਾਜਿਆਂ ਦਾ ਸੰਵਾਦ ਇਸ ਵਿੱਚ ਆਇਆ ਹੈ ਉਹ ਆਪਾਂ ਪੜ੍ਹ ਹੀ ਲਿਆ ਹੈ। ਮਾਨ ਹਾਨ ਦੋਹਰਾ ਮਾਨ ਹਾਨ ਭੂਪਾਨ ਕੋ ਕਹਿੰਦੇ ਆ ਵੀ ਕੀਨ ਸਪਤਵੇਂ ਅਧਿਆਏ ਸੱਤਵੇਂ ਅਧਿਆਏ ਦੇ ਵਿੱਚ ਜਿਹੜਾ ਭੂਪਾਨ ਕੋ ਰਾਜਿਆਂ ਦਾ ਮਾਨ ਸੀ ਉਸ ਨੂੰ ਹਾਨ ਕੇ ਹਾਨ ਨਾਸ ਕਰ ਦਿੱਤਾ। ਕੀਨਾ ਕੀ ਕੀਤਾ ਨਾਸ ਕਰ ਕੀਤਾ ਰਾਜਿਆਂ ਦੇ ਮਾਨ ਨੂੰ ਨਾਸ ਕੀਤਾ। ਸੱਤਵੇਂ ਅਧਿਆਏ ਵਿੱਚ ਭਰਤਰੀ ਜੀ ਨੇ ਅਨਜ ਬ੍ਰਿਧ ਪ੍ਰਾਧਾਨ ਕੇ ਅਨਜ ਨਾਮ ਛੋਟੇ ਦਾ ਹੁੰਦਾ ਬ੍ਰਿਧ ਨਾਮ ਵੱਡੇ ਦਾ ਹੁੰਦਾ। ਛੋਟੇ ਵੱਡੇ ਭਰਾ ਧਨ ਭਰਾ ਕਹਿੰਦੇ ਛੋਟੇ ਵੱਡੇ ਭਰਾਵਾਂ ਦੇ ਵਿਚਾਲੇ ਸਥਾਨ ਵਿੱਚ ਆ ਕੇ ਧਸਿਓ ਮੱਧ ਮੋਹ ਆਏ ਧਸਿਆ ਹੈ ਮੱਧ ਦੇ ਕਈ ਵਿੱਚ ਆ ਕੇ ਇਹ ਧਸਿਆ ਹੈ ਵੜ ਬੈਠਾ ਹੈ ਕਿ ਇਹ ਅਧਿਆਏ ਕਿਹੜਾ ਜਿਹੜਾ ਸੱਤਵੇਂ ਅਧਿਆਏ ਨਾ ਛੋਟੇ ਵੱਡੇ ਭਰਾਵਾਂ ਵਿੱਚ ਪਾ ਛੋਟੇ ਵੱਡੇ ਅਧਿਆਏ ਮਤਲਬ ਕਹਿਣ ਦਾ ਵੀ ਜਿਹੜੇ 6 ਅਧਿਆਏ ਪਹਿਲੇ ਜੋ ਬੀਤ ਚੁੱਕੇ ਆ ਇਹ ਵੱਡੇ ਭਰਾ ਸਮਝ ਲਓ ਅਤੇ 6 ਅਧਿਆਏ ਜੋ ਅੱਗੇ ਵਰਣਨ ਕਰਨੇ ਛੋਟੇ ਭਰਾ ਆ ਭਾਵ ਇਹ ਅਧਿਆਏ ਵੱਡੇ ਸੀ ਨਾ ਆਪਣੇ ਸਾਰੇ ਜਾਂ ਇੱਦਾਂ ਸਮਝ ਲਓ ਵੀ ਜਿਹੜੇ 6 ਅਧਿਆਏ ਇੱਧਰ ਆ ਤੇ 6 ਅਧਿਆਏ ਉੱਧਰ ਆ 13 ਅਧਿਆਏ ਵੀ ਸਾਰੇ ਇਹ ਛੋਟੇ ਵੱਡੇ ਅਧਿਆਏ ਭਾਵ ਛੋਟੇ ਵੱਡੇ ਭਰਾਵਾਂ ਵਿੱਚ ਧਸਿਓ ਮੱਧ ਮੋਹ ਆਏ ਇਹ ਧਸ ਗਿਆ ਹੈ ਵੜ ਬੈਠਾ ਹੈ ਮੱਧ ਵਿੱਚ ਆ ਕੇ ਸੱਤਵਾਂ ਅਧਿਆਏ ਠੀਕ ਹੈ ਜੀ। ਇਹ 12 ਤੋਂ ਵੱਖਰਾ ਇਹ ਸੱਤਵਾਂ ਅਧਿਆਏ 13ਵਾਂ ਹੋਣ ਕਰਕੇ ਇਹਨਾਂ ਦੇ ਵਿਚਾਲੇ ਆ ਕੇ ਵੜ ਬੈਠਾ ਹੈ ਇਹ ਕਹਿਣ ਲਈ ਇਹ ਸੱਤਵਾਂ ਅਧਿਆਏ ਸਮਾਪਤ ਹੁੰਦਾ ਹੈ। ਸੋ ਆਪਾਂ ਅੱਜ 7ਵਾਂ ਅਧਿਆਏ ਸਮਾਪਤ ਕਰ ਲਿਆ ਅੱਗੇ 8ਵਾਂ ਅਧਿਆਏ ਆਰੰਭ ਕਰਾਂਗੇ। ਦੋਹਰਾ ਮਾਨ ਹਾਨ ਭੂਪਾਨ ਕੋ ਕੀਨ ਸਬਤ ਮੈਂ ਧਿਆਏ ਅਨਜ ਬ੍ਰਿਧ ਭਰਾ ਧਾਨ ਕੇ ਧਸਿਓ ਮੱਧ ਮੋਹ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।